ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕਲਯੁਗ ਦਾ ਭਾਰੀ ਸਮਾਂ ਹੈ। ਸਾਡੇ ਵਿੱਚ ਕਈ ਕਮਜ਼ੋਰੀਆਂ ਹੁੰਦੀਆਂ ਹਨ ਜਾਂ ਨਾ ਵੀ ਹੋਣ ਕਮੀਆਂ ਕਿਸੇ ਵਿੱਚ, ਤਾਂ ਉਸ ਦੀ ਸ਼ੋਭਾ ਨੂੰ ਵੇਖ ਕੇ, ਉਸ ਦੀ ਜ਼ਰੂਰਤ ਨੂੰ ਵੇਖ ਕੇ, ਉਸ ਦੀ ਚੜ੍ਹਦੀ ਕਲਾ ਨੂੰ ਵੇਖ ਕੇ ਕਈ ਈਰਖਾਵਸ ਹੋ ਕੇ ਹਰ ਵੇਲੇ ਇਸੇ ਤਾਕ ਵਿੱਚ ਰਹਿੰਦੇ ਹਨ ਕਿ ਕੋਈ ਇਸ ਵਿੱਚ ਵੀਕਨੈਸ ਲੱਭੀਏ, ਜਿਸ ਨਾਲ ਇਸ ਦੀ ਬੇਇੱਜ਼ਤੀ ਹੋਵੇ, ਪਿੱਠ ਲੱਗੇ, ਭਾਵ ਕਿ ਇਹ ਕਲਯੁਗ ਹੈ। ਆਮ ਲੋਕਾਂ ਵਿੱਚ ਇੰਨੀ ਬਰਦਾਸ਼ਤ ਸ਼ਕਤੀ ਨਹੀਂ ਹੁੰਦੀ ਕਿ ਕਿਸੇ ਨੂੰ ਵੱਧਦਾ ਫੁੱਲਦਾ ਵੇਖ ਸਕਣ। ਪਿੱਛੇ ਜਿਹੇ ਦਾਸਾਂ ਦੀ ਇੰਗਲੈਂਡ ਹਾਜ਼ਰੀ ਸੀ ਕੀਰਤਨ ਦੀ। ਉੱਥੇ ਸੇਵਾ ਲਈ ਸਤਿਗੁਰ ਨੇ ਆਪਣੀ ਕਿਰਪਾ ਕਰਕੇ ਉੱਥੇ ਅਸੀਂ ਜਿਨ੍ਹਾਂ ਦੇ ਘਰ ਠਹਿਰਾ ਕੀਤਾ, ਰੋਬਨ ਸਿੰਘ ਨਾਮ ਹੈ ਉਹਨਾਂ ਦਾ, ਵਰਲਡ ਦੇ ਸਭ ਤੋਂ ਅਮੀਰ ਸਿੱਖਾਂ ਵਿੱਚੋਂ ਹਨ ਸ਼ਾਇਦ, ਪਰ ਨਿਮਰਤਾ ਅੱਤ ਦੀ ਹੈ। ਹੱਥੀਂ ਸੇਵਾ ਵੀ ਕਰਦੇ ਹਨ। ਇੰਗਲੈਂਡ ਦਾ ਜਿਹੜਾ ਵੀਜ਼ਾ ਲਗਾਉਂਦੇ ਹਨ, ਉੱਥੋਂ ਦੇ ਵੱਡੇ ਅਫਸਰ ਨਾਲ ਉਹਨਾਂ ਦੀ ਬੜੀ ਪੱਕੀ ਦੋਸਤੀ ਹੈ। ਭਾਈ ਰੋਬਨ ਸਿੰਘ ਜੀ ਨੇ ਸਾਨੂੰ ਇੱਕ ਦਿਨ ਵਚਨ ਸੁਣਾਇਆ। ਆਖਣ ਲੱਗਾ ਕਿ ਉਹ ਮੇਰਾ ਵੱਡਾ ਅਫਸਰ ਦੋਸਤ ਦੱਸਦਾ ਹੈ ਕਿ ਸਾਨੂੰ ਪੰਜਾਬੀਆਂ ਦੀ ਬਹੁਤੀ ਜਾਂਚ ਪੜਤਾਲ ਕਰਨ ਦੀ ਲੋੜ ਨਹੀਂ ਪੈਂਦੀ, ਕਿਉਂਕਿ ਇਹਨਾਂ ਦੇ ਨੇੜੇ ਤੇੜੇ ਵਾਲੇ ਇਹਨਾਂ ਦੇ ਆਪਣੇ ਹੀ ਰਿਸ਼ਤੇਦਾਰ ਜਾਂ ਪਿੰਡ ਦੇ ਜਾਣ ਪਛਾਣ ਵਾਲੇ ਇਹਨਾਂ ਦੇ ਆਪਣੇ ਭਰਾ ਸੱਜਣ ਮਿੱਤਰ ਹੀ ਸਾਨੂੰ ਇਹਨਾਂ ਦੀਆਂ ਕਮਜ਼ੋਰੀਆਂ ਆ ਕੇ ਦੱਸ ਜਾਂਦੇ ਹਨ, ਜਾਂ ਚਿੱਠੀ ਰਾਹੀਂ ਫੋਨ ਰਾਹੀਂ ਦੱਸ ਦਿੰਦੇ ਹਨ ਕਿ ਇਹ ਫਲਾਣਾ ਬੰਦਾ ਜਿਹੜਾ ਤੁਹਾਡੇ ਕੋਲ ਵੀਜ਼ਾ ਲਗਾਉਣ ਆਇਆ ਹੈ, ਇਸ ਦੀਆਂ ਫਲਾਣੀਆਂ ਕਮਜ਼ੋਰੀਆਂ ਹਨ, ਇਹ ਬੰਦਾ ਗਲਤ ਹੈ, ਭਾਵ ਕਿ ਬਰਦਾਸ਼ਤ ਸ਼ਕਤੀ ਨਹੀਂ। ਇਸ ਲਈ ਹਮੇਸ਼ਾ ਇਸ ਕੋਸ਼ਿਸ਼ ਵਿੱਚ ਹੁੰਦੇ ਹਨ ਕਿ ਕਿਵੇਂ ਦੂਸਰੇ ਦੇ ਪਰਦੇ ਨੰਗੇ ਕੀਤੇ ਜਾਣ। ਸਾਡਾ ਇੱਕ ਰੋਮ ਵੀ ਗੁਰੂ ਅਰਜਨ ਦੇਵ ਜੀ ਦੀਆਂ ਦੇਣੀਆਂ ਨਹੀਂ ਦੇ ਸਕਦਾ। ਸ਼੍ਰੀ ਸੁਖਮਨੀ ਸਾਹਿਬ ਜੀ ਦੀ ਬਾਣੀ ਵਿੱਚ ਉਹ ਖਜ਼ਾਨਾ ਪਾਇਆ ਹੈ ਕਿ ਇਹ ਸਾਡੇ ਪਰਦੇ ਵੀ ਗੱਜਦੀ ਹੈ। ਸੁਖਮਨੀ ਸਾਹਿਬ ਨਾਲ ਪ੍ਰੀਤ ਕਰਨ ਵਾਲਿਆਂ ਦੇ ਜਿੰਨੇ ਮਰਜ਼ੀ ਨਿੰਦਿਆ ਚੁਗਲੀ ਕਰਨ ਵਾਲੇ, ਈਰਖਾ ਕਰਨ ਵਾਲੇ ਪੈਦਾ ਹੋ ਜਾਣ, ਕੋਈ ਉਹਨਾਂ ਦਾ ਵਾਲ ਵੀ ਵਿੰਗਾ ਨਹੀਂ ਕਰ ਸਕਦਾ। ਜਿਹੜਾ ਗੁਰੂ ਵਾਲਾ ਬਣੇ, ਸੁਖਮਨੀ ਸਾਹਿਬ ਜੀ ਦੀ ਬਾਣੀ ਦਾ ਨੇਮੀ ਹੋਵੇ, ਅੰਦਰੋਂ ਨਿਰਮਲ ਹੋਵੇ, ਕਿਸੇ ਦਾ ਬੁਰਾ ਨਾ ਮੰਗੇ, ਨਾ ਬੁਰਾ ਕਰੇ, ਗੁਰੂ ਦੇ ਦੱਸੇ ਮਾਰਗ ਤੇ ਤੁਰਨ ਵਾਲਾ ਹੋਵੇ, ਫਿਰ ਉਸਦਾ ਬੁਰਾ ਮੰਗਣ ਵਾਲੇ ਉਸਦਾ ਕੁਝ ਨਹੀਂ ਵਿਗਾੜ ਸਕਦੇ। ਕੋਈ ਚਾਹੇ ਵੀ ਉਸ ਨਾਲ ਧੋਖਾ ਕਰਨਾ, ਹੇਰਾ ਫੇਰੀ ਕਰਨੀ ਨਹੀਂ ਕਰ ਸਕਦਾ। ਗੁਰੂ ਉਸ ਦੇ ਅੰਗ ਸੰਗ ਹੋ ਕੇ ਉਸ ਦੀ ਰਾਖੀ ਕਰਦਾ ਹੈ, ਪੈਜ ਰੱਖਦਾ ਹੈ। ਉਹ ਆਪਣੇ ਪਿਆਰਿਆਂ ਦੀ, ਆਪਣੀ ਬਾਣੀ ਨਾਲ ਪ੍ਰੇਮ ਕਰਨ ਵਾਲਿਆਂ ਦੀ ਕਦੀ ਪਿੱਠ ਨਹੀਂ ਲੱਗਣ ਦਿੰਦਾ। ਗਜਨੀ ਸ਼ਹਿਰ ਵਿੱਚ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਇੱਕ ਸਿੱਖ ਹੋਇਆ ਭਾਈ ਕਟਾਰੂ ਕਿਰਿਆਨੇ ਦੀ ਦੁਕਾਨ ਕਰਦਾ ਸੀ। ਹਰ ਵੇਲੇ ਗੁਰੂ ਸਾਹਿਬ ਦੇ ਚਰਨ ਹਿਰਦੇ ਵਿੱਚ ਵਸਾ ਕੇ ਰੱਖਣ ਵਾਲਾ, ਸੁਖਮਨੀ ਸਾਹਿਬ ਜੀ ਦੀ ਬਾਣੀ ਦਾ ਨੇਮੀ, ਸੁਖਮਨੀ ਸਾਹਿਬ ਜੀ ਦੇ ਪਾਠ ਦਾ ਨੇਮ ਭੁਗਤਾ ਕੇ ਆਪਣੀ ਦੁਕਾਨ ਤੇ ਜਾਂਦਾ ਸੀ। ਦੁਕਾਨਦਾਰੀ ਵੀ ਐਸੀ, ਖੁੱਲ੍ਹਾ ਤੇ ਦਿਆਲੂ ਸੁਭਾਅ, ਸੌਦਾ ਚੰਗਾ ਤੇ ਸ਼ੁੱਧ ਅਤੇ ਪੂਰਾ ਤੋਲਣਾ, ਸਹੀ ਰੇਟ ਲਗਾਉਣਾ। ਇੱਥੇ ਇੱਕ ਗੱਲ ਯਾਦ ਰੱਖਿਓ, ਜਿੱਥੇ ਦੁਕਾਨਦਾਰੀ ਵਿੱਚ ਇਹੋ ਜਿਹਾ ਸੁਭਾਅ ਹੋਵੇ, ਉੱਥੇ ਗੁਰੂ ਵੀ ਦੋਵੇਂ ਹੱਥ ਖੋਲ੍ਹ ਕੇ ਬਰਕਤਾਂ ਪਾਉਂਦਾ ਹੈ। ਗੁਰੂ ਦਿਆਲੂ, ਖੁੱਲ੍ਹਾ ਸੁਭਾਅ, ਸਭ ਦਾ ਭਲਾ ਕਰਨ ਵਾਲਾ ਸੁਭਾਅ। ਜੇ ਕੋਈ ਗਰੀਬ ਲੋੜਵੰਦ ਆ ਕੇ ਕਹਿੰਦਾ ਕਿ ਮੇਰੇ ਕੋਲ ਪੈਸੇ ਨਹੀਂ ਹਨ, ਮੈਨੂੰ ਉਧਾਰ ਸੌਦਾ ਦੇ ਦੇ, ਦਿਆਲੂ ਸੁਭਾਅ, ਕਿਸੇ ਨੂੰ ਨਾ ਨਹੀਂ ਸੀ ਕਰਦਾ। ਸੌਦਾ ਵੀ ਸਹੀ ਰੇਟ ਤੇ ਵੇਚਣਾ, ਸੁਭਾਅ ਵੀ ਖੁੱਲ੍ਹਾ ਤੇ ਦਿਆਲੂ। ਨਾਮ ਦਾ ਰੰਗ ਵੀ ਇਤਨੇ ਕੁਝ ਗੁਣਾਂ ਕਾਰਨ ਸਾਰੇ ਪਾਸੇ
ਭਾਈ ਕਟਾਰੂ ਦੀ ਜੈ ਜੈਕਾਰ ਹੋਣ ਲੱਗ ਪਈ। ਘਰ ਘਰ ਵਿੱਚ ਭਾਈ ਕਟਾਰੂ ਦੀ ਚਰਚਾ ਹੋਣ ਲੱਗ ਪਈ ਕਿ ਧੰਨ ਹੈ ਗੁਰੂ ਦਾ ਸਿੱਖ ਭਾਈ ਕਟਾਰੂ। ਦਾਸ ਕਈ ਵਾਰੀ ਸੋਚਦਾ ਹੈ ਕਿ ਗੁਰੂ ਦਾ ਸਿੱਖ ਇਹੋ ਜਿਹਾ ਹੋਵੇ, ਇੰਨੀ ਉੱਚੀ ਤੇ ਸੁੱਚੀ ਕਰਨੀ ਦਾ ਮਾਲਕ ਹੋਵੇ ਕਿ ਜਿਹੜਾ ਉਸਦੇ ਦਰਸ਼ਨ ਕਰੇ ਉਸਦੇ ਅੰਦਰੋਂ ਇਹ ਨਿਕਲੇ ਕਿ ਵਾਹ ਭਾਈ ਸਿੱਖਾ, ਤੂੰ ਇੰਨਾ ਧਨ ਹੈ ਤੇ ਤੇਰਾ ਗੁਰੂ ਕਿੰਨਾ ਕੁ ਧਨ ਹੋਵੇਗਾ। ਹੁਣ ਇੱਕ ਗੱਲ ਯਾਦ ਰੱਖਿਓ, ਜਿਸ ਦੀ ਸ਼ੋਭਾ ਹੋਵੇ ਉਸ ਨਾਲ ਈਰਖਾ ਕਰਨ ਵਾਲੇ ਵੀ ਜ਼ਰੂਰ ਹੁੰਦੇ ਹਨ। ਭਾਈ ਕਟਾਰੂ ਦੀ ਵੀ ਸ਼ੋਭਾ ਕਈਆਂ ਕੋਲੋਂ ਬਰਦਾਸ਼ਤ ਨਾ ਹੋਈ ਤੇ ਉਸ ਨਾਲ ਈਰਖਾ ਕਰਨ ਲੱਗ ਪਏ। ਕਹਿੰਦੇ ਕਿ ਇਸ ਦਾ ਬੜਾ ਸਤਿਕਾਰ ਹੈ ਇਲਾਕੇ ਵਿੱਚ, ਪਰ ਸਾਨੂੰ ਕੋਈ ਪੁੱਛਦਾ ਨਹੀਂ। ਈਰਖਾ ਵਸ ਹੋ ਕੇ ਹਰ ਵੇਲੇ ਸਕੀਮਾਂ ਬਣਾਉਂਦੇ ਰਹਿੰਦੇ ਹਨ ਕਿ ਕਿਹੜਾ ਢੰਗ ਅਪਣਾਈਏ ਕਿ ਜਿਸ ਨਾਲ ਭਾਈ ਕਟਾਰੂ ਦੀ ਬਦਨਾਮੀ ਹੋਵੇ। ਬੜੀ ਘਟੀਆ ਸਕੀਮ ਬਣਾਈ। ਕਹਿੰਦੇ ਹਨ ਕਿ ਇਹ ਭੋਲਾ ਭਾਲਾ ਸਿੱਖ ਹੈ, ਇਸ ਦੀ ਦੁਕਾਨ ਤੇ ਜਾ ਕੇ ਚਲਾਕੀ ਨਾਲ ਇਸ ਦੇ ਬੱਟੇ ਬਦਲਾ ਦਿੰਦੇ ਹਾਂ ਤੇ ਮਹਿਕਮੇ ਵਾਲਿਆਂ ਨੂੰ ਸ਼ਿਕਾਇਤ ਕਰ ਦੇਵਾਂਗੇ। ਆਪੇ ਜਦੋਂ ਮਹਿਕਮੇ ਵਾਲੇ ਆ ਕੇ ਇਸ ਦੇ ਬੱਟੇ ਚੈੱਕ ਕਰਨਗੇ ਤਾਂ ਬੱਟੇ ਹਲਕੇ ਹੋਣ ਕਾਰਨ ਇਸ ਨੂੰ ਸਜ਼ਾ ਹੋਵੇਗੀ। ਵੇਖੋ ਕਿੰਨੀ ਡੂੰਘੀ ਸਕੀਮ ਬਣਾਈ। ਕਹਿੰਦੇ ਜਦੋਂ ਬੱਟਿਆਂ ਵਿੱਚ ਫਰਕ ਨਿਕਲੇਗਾ ਤਾਂ ਸਾਰੇ ਇਲਾਕੇ ਵਿੱਚ ਵੀ ਇਸ ਦੀ ਬਦਨਾਮੀ ਹੋਵੇਗੀ। ਸਾਰੇ ਕਹਿਣਗੇ ਕਿ ਇਹ ਤਾਂ ਬੜਾ ਹੀ ਦਿਆਲੂ ਬਣ ਕੇ ਦਿਖਾਉਂਦਾ ਸੀ, ਤਾਂ ਹੀ ਸੌਦਾ ਖੁੱਲਾ ਤੋਲਦਾ ਸੀ, ਕਿਉਂਕਿ ਬੱਟੇ ਹੀ ਹਲਕੇ ਰੱਖੇ ਹੋਏ ਸਨ। ਆਪਣੀ ਬਣਾਈ ਸਕੀਮ ਮੁਤਾਬਕ 5-7 ਸਰੀਰ ਇਕੱਠੇ ਹੋ ਕੇ ਭਾਈ ਕਟਾਰੂ ਦੀ ਦੁਕਾਨ ਤੇ ਗਏ। ਉਸ ਨੂੰ ਸੌਦਾ ਲੈਣ ਦੇ ਬਹਾਨੇ ਗੱਲਾਂ ਵਿੱਚ ਲਗਾ ਕੇ ਉਸਦੇ ਬੱਟੇ ਬਦਲਾ ਦਿੱਤੇ। ਚਲਾਕੀ ਨਾਲ ਉਸਦੇ ਬੱਟੇ ਚੁੱਕ ਕੇ ਹਲਕੇ ਬੱਟੇ ਰੱਖ ਦਿੱਤੇ। ਉਧਰ ਮਹਿਕਮੇ ਵਾਲਿਆਂ ਨੂੰ ਵੀ ਸ਼ਿਕਾਇਤ ਕੀਤੀ ਹੋਈ ਸੀ। ਥੋੜੀ ਦੇਰ ਬਾਅਦ ਮਹਿਕਮੇ ਵਾਲੇ ਆ ਗਏ ਤੇ ਕਹਿਣ ਲੱਗੇ ਕਿ ਭਾਈ ਕਟਾਰੂ ਤੇਰੀ ਸ਼ਿਕਾਇਤ ਆਈ ਹੈ ਤੇ ਤੇਰੇ ਬੱਟੇ ਚੈੱਕ ਕਰਨੇ ਹਨ। ਜਦੋਂ ਭਾਈ ਕਟਾਰੂ ਨੇ ਗੌਰ ਨਾਲ ਆਪਣੇ ਬੱਟਿਆਂ ਵੱਲ ਝਾਤੀ ਮਾਰੀ ਤੇ ਵੇਖ ਕੇ ਹੈਰਾਨ ਹੋ ਗਿਆ ਕਿ ਇਹ ਤਾਂ ਮੇਰੇ ਬੱਟੇ ਹੈ ਹੀ ਨਹੀਂ ਹਨ। ਸਮਝ ਗਿਆ ਕਿਸੇ ਨੇ ਚਲਾਕੀ ਨਾਲ ਮੇਰੇ ਬੱਟੇ ਬਦਲਾ ਦਿੱਤੇ ਹਨ ਮੈਨੂੰ ਬਦਨਾਮ ਕਰਨ ਦੇ ਲਈ। ਇੱਕ ਗੱਲ ਯਾਦ ਰੱਖਿਓ, ਜਿਸ ਦਾ ਪਿਓ, ਜਿਸ ਦਾ ਮਾਲਕ ਪਰਦੇ ਗੱਜਣ ਵਾਲਾ ਹੋਵੇ ਉਸ ਨੂੰ ਕੌਣ ਬਦਨਾਮ ਕਰ ਸਕਦਾ ਹੈ। ਗੁਰੂ ਦਾ ਪਿਆਰਾ ਸੀ, ਗੁਰੂ ਦੇ ਚਰਨਾਂ ਨਾਲ ਜੁੜਨ ਵਾਲਾ ਸੀ, ਜਾਣਦਾ ਸੀ। ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ ਤੇ ਭਰੋਸਾ ਸੀ, ਜਾਣਦਾ ਸੀ। ਉਸ ਸਮੇਂ ਜੋ ਔਖੀ ਘੜੀ ਬਣ ਗਈ ਉਸ ਵਿੱਚੋਂ ਗੁਰੂ ਸਾਹਿਬ ਹੀ ਕੱਢ ਸਕਦੇ ਹਨ। ਉਹ ਹੀ ਉਸਦੇ ਪਰਦੇ ਗੱਜ ਸਕਦੇ ਹਨ, ਉਸ ਨੂੰ ਬਦਨਾਮ ਹੋਣ ਤੋਂ ਬਚਾ ਸਕਦੇ ਹਨ। ਉਸੇ ਵੇਲੇ ਨੇਤਰ ਬੰਦ ਕਰਕੇ ਗੁਰੂ ਸਾਹਿਬ ਦੇ ਚਰਨਾਂ ਦਾ ਧਿਆਨ ਧਰ ਕੇ ਚਿੱਤ ਜੋੜ ਕੇ ਅਰਦਾਸ ਕੀਤੀ, ਸਤਿਗੁਰ ਕਿਰਪਾ ਕਰੋ, ਮੇਰੀ ਬਾਂਹ ਫੜੋ, ਮੇਰੀ ਲਾਜ ਰੱਖੋ। ਸਿੱਖ ਦੀ ਫਰਿਆਦ ਗੁਰੂ ਜਿੱਥੇ ਵੀ ਮਰਜ਼ੀ ਹੋਵੇ ਪਹੁੰਚ ਜਾਂਦੀ ਹੈ। ਅੰਮ੍ਰਿਤਸਰ ਵਿੱਚ ਬੈਠੇ ਗੁਰੂ ਅਰਜਨ ਦੇਵ ਜੀ ਕੋਲ ਕਿਸੇ ਸਿੱਖ ਨੇ ਮਨਸੂਰੀ ਟਿਕਾ ਕੇ ਮੱਥਾ ਟੇਕਿਆ। ਸਤਿਗੁਰ ਉਹ ਟਿਕਾ ਕਦੀ ਸੱਜੀ ਤਲੀ ਤੇ ਰੱਖਦੇ ਤੇ ਕਦੀ ਖੱਬੀ ਤਲੀ ਤੇ। ਸਿੱਖ ਬੜੇ ਹੈਰਾਨ, ਕਹਿੰਦੇ ਸਤਿਗੁਰ ਲੋਕੀ ਕਿੰਨੀ ਕਿੰਨੀ ਮਾਇਆ ਭੇਟਾ ਕਰ ਜਾਂਦੇ ਹਨ, ਪਰ ਆਪ ਜੀ ਨੇ ਕਦੀ ਹੱਥ ਵੀ ਨਹੀਂ ਸੀ ਲਾਇਆ, ਖਜ਼ਾਨੇ ਵਿੱਚ ਰਖਵਾ ਦਿੰਦੇ ਹੋ। ਅੱਜ ਇਹ ਕੀ ਕੌਤਕ ਹੈ। ਸਤਿਗੁਰ ਕਹਿਣ ਲੱਗੇ, ਗਜਨੀ ਵਿੱਚ ਬੈਠਾ ਸਾਡਾ ਸਿੱਖ ਭਾਈ ਕਟਾਰੂ ਅਰਦਾਸਾਂ ਕਰ ਰਿਹਾ ਹੈ। ਈਰਖਾ ਵਾਲਿਆਂ ਨੇ ਉਸਦੇ ਬੱਟੇ ਬਦਲਾ ਕੇ ਉਸਦੇ ਮਹਿਕਮੇ ਵਿੱਚ ਸ਼ਿਕਾਇਤ ਕਰ ਦਿੱਤੀ ਹੈ। ਮਹਿਕਮੇ ਵਾਲੇ ਉਸਦੇ ਬੱਟੇ ਚੈੱਕ ਕਰਨ ਲਈ ਕਦੀ ਖੱਬੇ ਛਾਬੇ ਵਿੱਚ ਰੱਖਦੇ ਹਨ ਤੇ ਕਦੀ ਸੱਜੇ ਛਾਬੇ ਤੇ। ਮੈਂ ਇਸ ਲਈ ਟਿਕਾ ਕਦੀ ਸੱਜੀ ਤਲੀ ਤੇ ਰੱਖ ਰਿਹਾ ਹਾਂ, ਕਦੀ ਖੱਬੀ ਤੇ, ਤਾਂ ਕਿ ਮੇਰੇ ਪਿਆਰੇ ਦੇ ਬੱਟਿਆਂ ਵਿੱਚ ਫਰਕ ਨਾ ਆਵੇ। ਈਰਖਾ ਵਾਲੇ ਉਸਦੇ ਬੱਟਿਆਂ ਵਿੱਚ ਫਰਕ ਪਾ ਕੇ ਉਸਦੀ ਬਦਨਾਮੀ ਕਰਨੀ ਚਾਹੁੰਦੇ ਹਨ। ਭਾਈ ਕਟਾਰੂ ਸੱਚਾ ਹੈ,
ਭੋਲਾ ਭਾਲਾ ਹੈ। ਅਸੀਂ ਉਸਦੇ ਪਰਦੇ ਗੱਜ ਰਹੇ ਹਾਂ। ਭਾਵ ਕਿ ਇਹ ਸੰਸਾਰ ਹੈ। ਕਈ ਚਾਹੁੰਦੇ ਹਨ ਕਿ ਦੂਸਰਿਆਂ ਦੇ ਪਰਦੇ ਨੰਗੇ ਹੋਣ ਤੇ ਅਸੀਂ ਸਵਾਦ ਲਈਏ, ਪਰ ਜਿਸ ਦੇ ਪੱਲੇ ਸੁਖਮਨੀ ਸਾਹਿਬ ਜੀ ਦਾ ਧਨ ਹੈ, ਗੁਰੂ ਉਸਦੇ ਪਰਦੇ ਆਪ ਗੱਜਦਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।